ਅੱਜ ਖੁਸ਼ਹਾਲ ਅਤੇ ਆਸ਼ੀਸ਼ਿਤ ਸਬਤ ਦਾ ਦਿਨ ਹੈ। ਇਸ ਸਮੇਂ ਆਓ ਅਸੀਂ ਜਿਹੜਾ ਮੁਕੁਟ ਪਹਿਨਣਾ ਚਾਹੁੰਦਾ ਹੈ ਉਸ ਨੂੰ ਉਸ ਦਾ ਭਾਰ ਚੁੱਕਣਾ ਚਾਹੀਦਾ ਹੈ। ਇਸ ਵਿਸ਼ੇ ਦੇ ਅਧੀਨ ਪਰਮੇਸ਼ਵਰ ਦੇ ਵਚਨਾਂ ਨੂੰ ਸਾਂਝਾ ਕਰੀਏ। ਸਿਰਲੇਖ ਥੋੜਾ ਲੰਬਾ ਹੈ। ਜਿਹੜਾ ਮੁਕੁਟ ਪਹਿਨਣਾ ਚਾਹੁੰਦਾ ਹੈ ਉਸ ਨੂੰ ਉਸ ਦਾ ਭਾਰ ਚੁੱਕਣਾ ਚਾਹੀਦਾ ਹੈ। ਫਿਰ ਜੋ ਸਵਰਗ ਵਿੱਚ ਪ੍ਰਵੇਸ਼ ਕਰਨਾ ਚਾਹੁੰਦਾ ਹੈ ਉਸ ਨੂੰ ਵੀ ਸਲੀਬ ਦਾ ਭਾਰ ਚੁੱਕਣਾ ਚਾਹੀਦਾ ਹੈ। ਜੋ ਮੁਕੁਟ ਦਾ ਭਾਰ ਚੁੱਕ ਸਕਦਾ ਹੈ ਉਹ ਮੁਕੁਟ ਲਈ ਯੋਗ ਹੈ। ਕੀ ਤੁਸੀਂ ਅਜਿਹਾ ਨਹੀਂ ਸੋਚਦੇ? ਇਹ ਘੱਟੋ ਘੱਟ ਯੋਗਤਾ ਹੈ। ਉਸੇ ਤਰ੍ਹਾਂ ਜੋ ਕੋਈ ਸਵਰਗ ਵਿੱਚ ਪ੍ਰਵੇਸ਼ ਕਰਨਾ ਚਾਹੁੰਦਾ ਹੈ ਉਸ ਨੂੰ ਆਪਣੀ ਸਲੀਬ ਦਾ ਭਾਰ ਚੁੱਕਣ ਲਈ ਸਮਰਥੀ ਹੋਣਾ ਚਾਹੀਦਾ ਹੈ। ਕਈ ਵਾਰੀ ਮੈਂ ਸੋਚਦਾ ਹਾਂ ਕਿ ਕਿੰਨਾ ਚੰਗਾ ਹੁੰਦਾ ਜੇਕਰ ਸਵਰਗ ਦੇ ਰਾਜ ਦਾ ਰਸਤਾ ਆਸਾਨ ਅਤੇ ਸਰਲ ਹੁੰਦਾ, ਪਰ ਜਿਸ ਰਸਤੇ ਤੇ ਅਸੀਂ ਚੱਲ ਰਹੇ ਹਾਂ ਉਹ ਕਦੇ ਵੀ ਸੌਖਾ ਨਹੀਂ ਹੋ ਸਕਦਾ। ਯੀਸ਼ੂ ਨੇ ਕਿਹਾ, ਜੇਕਰ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੀ ਕੀ ਕਰੇ? ਸਲੀਬ ਚੁੱਕੇ ਅਤੇ ਮੇਰੇ ਮਗਰ ਤੁਰੇ। ਉਹਨਾਂ ਨੇ ਕਿਹਾ ਕਿ ਹਰ ਕਿਸੇ ਕੋਲ ਚੁੱਕਣ ਲਈ ਆਪਣੀ ਆਪਣੀ ਸਲੀਬ ਹੈ। ਅੱਜ ਇਸ ਦੁਨੀਆ ਵਿੱਚ 7.7 ਅਰਬ ਲੋਕ ਜੀ ਰਹੇ ਹਨ, ਪਰ ਇੱਕ ਵੀ ਅਜਿਹਾ ਵਿਅਕਤੀ ਨਹੀਂ ਹੈ ਜਿਸ ਦੇ ਕੋਲ ਚੁੱਕਣ ਲਈ ਕੋਈ ਸਲੀਬ ਨਹੀਂ ਹੈ। ਲੋਕ ਇਸ ਨੂੰ ਆਪਣੇ ਸ਼ਾਂਤੀਪੂਰਨ ਦਿਖਾਵੇ ਜਾਂ ਭਵਿੱਖ ਦੀ ਆਸ ਨਾਲ ਲੁਕਾਉਂਦੇ ਹਨ ਤਾਂ ਜੋ ਦੂਸਰੇ ਇਸ ਨੂੰ ਨਾ ਵੇਖ ਸਕਣ। ਦਰਅਸਲ ਹਰ ਕਿਸੇ ਦੇ ਕੋਲ ਆਪਣੀ ਸਲੀਬ ਹੁੰਦੀ ਹੈ। ਇਸ ਲਈ ਜੋ ਲੋਕ ਸਵਰਗ ਜਾਣਾ ਚਾਹੁੰਦੇ ਹਨ ਉਹਨਾਂ ਨੂੰ ਸਲੀਬ ਦਾ ਭਾਰ ਚੁੱਕਣਾ ਚਾਹੀਦਾ ਹੈ, ਅਤੇ ਜੋ ਲੋਕ ਸਵਰਗ ਦੇ ਸ਼ਾਹੀ ਜਾਜਕ ਬਣਨਾ ਚਾਹੁੰਦੇ ਹਨ ਉਹਨਾਂ ਨੂੰ ਮੁਕੁਟ ਦਾ ਭਾਰ ਚੁੱਕਣਾ ਚਾਹੀਦਾ ਹੈ। 2000 ਸਾਲ ਪਹਿਲਾਂ ਪਹਿਲੇ ਚਰਚ ਦੇ ਸੰਤ ਵਿਸ਼ਵਾਸ ਦੇ ਰਾਹ ਉੱਤੇ ਚੱਲਦੇ ਹੋਏ ਇੱਕ ਸੌਖਾ ਜੀਵਨ ਨਹੀਂ ਜੀ ਸਕੇ। ਇੱਕ ਕਾਰਨ ਸੀ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਇੱਕ ਉਬੜ ਖਾਬੜ ਜੀਵਨ ਜਿਉਣ ਦਿੱਤਾ। ਹਰ ਚੀਜ਼ ਦਾ ਆਪਣਾ ਕਾਰਨ ਹੁੰਦਾ ਹੈ। ਲੋਕ ਹਮੇਸ਼ਾ ਸਾਲ ਵਿੱਚ 365 ਦਿਨ ਧੁੱਪਦਾਰ ਅਤੇ ਚੰਗੇ ਦਿਨ ਚਾਹੁੰਦੇ ਹਨ, ਪਰ ਕੀ ਹੋਵੇਗਾ ਜੇਕਰ ਇੱਥੇ ਸਿਰਫ ਧੁੱਪਦਾਰ ਦਿਨ ਰਹਿਣ? ਇੱਕ ਅਜਿਹਾ ਖੇਤਰ ਹੈ, ਉਹ ਕਿੱਥੇ ਹੈ? ਉਹ ਅਰਬ ਦੇ ਮਾਰੂਥਲ ਵਰਗਾ ਹੀ ਹੈ। ਮਾਰੂਥਲ ਵਿੱਚ ਸਾਲ ਦੇ 365 ਦਿਨ ਹਮੇਸ਼ਾ ਧੁੱਪ ਰਹਿੰਦੀ ਹੈ, ਤਾਂ ਫਿਰ ਉੱਥੇ ਕਾਫੀ ਨਹੀਂ ਹੈ ਪਾਣੀ। ਕਿਉਂਕਿ ਪਾਣੀ ਕਾਫੀ ਨਹੀਂ ਹੈ, ਪੌਦੇ ਨਹੀਂ ਵੱਧ ਸਕਦੇ। ਕਿਉਂਕਿ ਪੌਦੇ ਨਹੀਂ ਵੱਧ ਸਕਦੇ, ਇਸ ਲਈ ਜਾਨਵਰ ਭੋਜਨ ਨਹੀਂ ਕਰ ਸਕਦੇ, ਅਤੇ ਲੋਕ ਵੀ ਬੰਜਰ ਅਤੇ ਉਜਾੜ ਵਾਤਾਵਰਣ ਵਿੱਚ ਨਹੀਂ ਰਹਿ ਸਕਦੇ। ਇਸ ਕਰਕੇ ਪਰਮੇਸ਼ਵਰ ਕਦੀ-ਕਦੀ ਸਾਨੂੰ ਮੀਂਹ ਅਤੇ ਬਿਜਲੀ ਦੀ ਤਰ੍ਹਾਂ ਖਰਾਬ ਮੌਸਮ ਦਿੰਦੇ ਹਨ। ਜੇਕਰ ਬਿਜਲੀ ਨਹੀਂ ਹੈ ਤਾਂ ਪੌਦੇ ਬਹੁਤ ਖਤਰੇ ਵਿੱਚ ਹੋਣਗੇ। ਉਹ ਇਸ ਧਰਤੀ ਉੱਤੇ ਵੱਧ ਨਹੀਂ ਸਕਦੇ। ਬਿਜਲੀ ਦੇ ਦੁਆਰਾ ਪਰਮੇਸ਼ਵਰ ਪੌਦਿਆਂ ਨੂੰ ਨਾਈਟ੍ਰੋਜਨ ਦਿੰਦੇ ਹਨ। ਜਿੰਨਾ ਜ਼ਿਆਦਾ ਤੁਸੀਂ ਕੁਦਰਤੀ ਸਿਧਾਂਤਾਂ ਨੂੰ ਸਿੱਖਦੇ ਹੋ ਉਨਾ ਜ਼ਿਆਦਾ ਸਭ ਕੁਝ ਸ਼ਾਨਦਾਰ ਦਿਖਦਾ ਹੈ। ਕੁਝ ਵੀ ਅਰਥਹੀਨ ਨਹੀਂ ਬਣਿਆ ਹੈ। ਅਸੀਂ ਸੋਚ ਸਕਦੇ ਹਾਂ ਪਰਮੇਸ਼ਵਰ ਨੇ ਕਿਉਂ ਜ਼ੋਰਦਾਰ ਬਿਜਲੀ ਦੀ ਗਰਜ ਕਿਉਂ ਬਣਾਈ? ਉਹਨਾਂ ਨੇ ਅਜਿਹੀਆਂ ਚੀਜ਼ਾਂ ਕਿਉਂ ਬਣਾਈਆਂ ਜੋ ਸੌਂਦੇ ਹੋਏ ਬੱਚਿਆਂ ਨੂੰ ਜਗਾ ਦਿੰਦੀਆਂ ਅਤੇ ਲੋਕਾਂ ਨੂੰ ਡਰਾਉਂਦੀਆਂ ਹਨ? ਇਹਨਾਂ ਨੂੰ ਬਣਾਉਣ ਪਿੱਛੇ ਹਮੇਸ਼ਾ ਕਾਰਨ ਹੁੰਦੇ ਹਨ। ਇਸ ਲਈ ਮੁਕੁਟ ਪਹਿਨਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਮੁਕੁਟ ਦਾ ਭਾਰ ਚੁੱਕਣਾ ਚਾਹੀਦਾ ਹੈ। ਮੈਂ ਇਮਾਨਦਾਰੀ ਨਾਲ ਤੁਹਾਨੂੰ ਸਾਰੇ ਸਵਰਗੀ ਲੋਕਾਂ ਨੂੰ ਦਿੱਤੀ ਗਈ ਸਲੀਬ ਦਾ ਭਾਰ ਚੁੱਕਣ ਲਈ ਅਤੇ ਮਸੀਹ ਦੇ ਰਾਹ ਉੱਤੇ ਚੱਲਣ ਲਈ ਕਹਿੰਦਾ ਹਾਂ, ਤਾਂ ਜੋ ਤੁਸੀਂ ਸਦੀਪਕ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰ ਸਕੋ। ਆਓ ਅਸੀਂ ਲੂਕਾ ਦੀ ਖੁਸ਼ਖਬਰੀ ਅਧਿਆਇ 9 ਉੱਤੇ ਨਜ਼ਰ ਪਾਈਏ। ਲੂਕਾ ਅਧਿਆਇ 9 ਵਚਨ 23। ਉਸਨੇ ਸਭਨਾਂ ਨੂੰ ਆਖਿਆ, ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ, ਜੇਕਰ ਕੋਈ ਮਸੀਹ ਦੇ ਜੀਵਨ ਵਰਗਾ ਹੋ ਕੇ ਉਹਨਾਂ ਦੇ ਰਾਹ ਉੱਤੇ ਚੱਲਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਰੋਜ਼ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ। ਹੁਣ ਅਸੀਂ ਹਰ ਦਿਨ ਮਸੀਹ ਦੇ ਪਿੱਛੇ ਚੱਲ ਰਹੇ ਹਾਂ, ਹੈ ਨਾ? ਹਾਲਾਂਕਿ
ਸਾਡੇ ਰਾਹ ਵਿੱਚ ਹਮੇਸ਼ਾ ਚੰਗੀਆਂ ਚੀਜ਼ਾਂ ਨਹੀਂ ਹੁੰਦੀਆਂ। ਬੇਸ਼ੱਕ ਨਤੀਜਾ ਚੰਗਾ ਹੈ, ਹਾਲਾਂਕਿ ਇਸ ਪ੍ਰਕਿਰਿਆ ਵਿੱਚ ਕਦੀ-ਕਦੀ ਰੁਕਾਵਟਾਂ ਅਤੇ ਮੁਸ਼ਕਲਾਂ ਹੁੰਦੀਆਂ ਹਨ ਅਤੇ ਸਾਨੂੰ ਹਮੇਸ਼ਾ ਉਹਨਾਂ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਤੋਂ ਅਸੀਂ ਬਚਣਾ ਚਾਹੁੰਦੇ ਹਾਂ। ਜਦੋਂ ਅਸੀਂ ਇੱਕ ਸੁਰੰਗ ਵਿੱਚ ਪ੍ਰਵੇਸ਼ ਕਰਦੇ ਹਾਂ ਤਾਂ ਪਹਿਲਾਂ ਹਨੇਰਾ ਹੁੰਦਾ ਹੈ, ਪਰ ਆਖਰਕਾਰ ਅਸੀਂ ਸੁਰੰਗ ਦੇ ਅਖੀਰ ਵਿੱਚ ਸ਼ਕਤੀਸ਼ਾਲੀ ਰੋਸ਼ਨੀ ਵੇਖ ਸਕਦੇ ਹਾਂ। ਇਸੇ ਤਰ੍ਹਾਂ ਕਈ ਵਾਰ ਸਾਡੇ ਸਾਹਮਣੇ ਸਲੀਬ ਵਰਗੀਆਂ ਮੁਸ਼ਕਲਾਂ ਹੁੰਦੀਆਂ ਹਨ, ਪਰ ਅੰਤ ਵਿੱਚ ਸਦੀਪਕ ਸਵਰਗ ਦਾ ਰਾਜ ਸਾਡੇ ਲਈ ਰਾਖਵਾਂ ਹੈ। ਸਾਨੂੰ ਇਸ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਕਈ ਵਾਰ ਯੀਸ਼ੂ ਨੇ ਸਿਖਾਇਆ ਕਿ ਜਦੋਂ ਅਸੀਂ ਆਪਣੀ ਸਲੀਬ ਚੁੱਕ ਕੇ ਉਹਨਾਂ ਦੇ ਪਿੱਛੇ ਚੱਲਦੇ ਹਾਂ ਤਾਂ ਅਸੀਂ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰ ਸਕਦੇ ਹਾਂ। ਆਓ ਅਸੀਂ ਦੂਜਾ ਤਿਮੋਥੀਅਸ ਅਧਿਆਇ 3 ਵੇਖੀਏ। ਵਚਨ 12 ਕਹਿੰਦਾ ਹੈ, ਹਾਂ ਸਭੇ ਜਿਨੇ ਮਸੀਹ ਯੀਸ਼ੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ। ਜਦੋਂ ਅਸੀਂ ਪਰਮੇਸ਼ਵਰ ਵਿੱਚ ਭਗਤੀ ਨਾਲ ਜੀਵਨ ਗੁਜ਼ਾਰਨਾ ਚਾਹੁੰਦੇ ਹਾਂ, ਫਿਰ ਇਸ ਸੰਸਾਰ ਦੀਆਂ ਸਾਰੀਆਂ ਪ੍ਰਣਾਲੀਆਂ ਸਾਨੂੰ ਇਕੱਲਾ ਨਹੀਂ ਛੱਡਦੀਆਂ। ਇਹ ਦੁਨੀਆ ਉਹਨਾਂ ਲੋਕਾਂ ਨੂੰ ਜੋ ਭਗਤੀ ਨਾਲ ਜੀਵਨ ਗੁਜ਼ਾਰਨਾ ਚਾਹੁੰਦੇ ਹਨ ਪਰੇਸ਼ਾਨ ਕਰਨ, ਦੁਖੀ ਕਰਨ, ਪਰੀਖਿਆ ਦੇਣ ਅਤੇ ਸੰਕਟ ਦੇਣ ਲਈ ਤਿਆਰ ਹੈ। ਮਸੀਹ ਦਾ ਪਾਲਨ ਕਰਦੇ ਹੋਏ ਅਸੀਂ ਇਸ ਵਿਚਾਰ ਨਾਲ ਸਲੀਬ ਨੂੰ ਛੱਡਣ ਦੀ ਆਸ ਕਰ ਸਕਦੇ ਹਾਂ ਕਿ ਜੇਕਰ ਇਹ ਮੁਸੀਬਤ ਗਾਇਬ ਹੋ ਜਾਵੇ ਤਾਂ ਇਹ ਬਹੁਤ ਚੰਗਾ ਹੋਵੇਗਾ। ਰਸੂਲ ਪੌਲੁਸ ਨੇ ਵੀ ਕਈ ਵਾਰ ਪਰਮੇਸ਼ਰ ਨੂੰ ਕਿਹਾ ਸੀ ਕਿ ਉਸ ਦੇ ਸਰੀਰ ਵਿੱਚੋਂ ਕੰਡਾ ਸ਼ੈਤਾਨ ਦੇ ਦੂਤ ਨੂੰ ਹਟਾ ਦੇ ਜੋ ਇੱਕ ਬਿਮਾਰੀ ਹੈ, ਪਰ ਪਰਮੇਸ਼ਵਰ ਨੇ ਹਮੇਸ਼ਾ ਉਸ ਨੂੰ ਕਿਹਾ, ਮੇਰੀ ਕਿਰਪਾ ਤੇਰੇ ਲਈ ਕਾਫੀ ਹੈ। ਉਸ ਸਮੇਂ ਰਸੂਲ ਪੌਲੁਸ ਨੇ ਇਹ ਨਹੀਂ ਸਮਝਿਆ ਕਿ ਉਸ ਦੇ ਨਾਲ ਅਜਿਹੀਆਂ ਗੱਲਾਂ ਕਿਉਂ ਹੋਈਆਂ। ਜਦੋਂ ਉਹ ਸਵਰਗ ਦੇ ਰਾਜ ਵਿੱਚ ਗਿਆ ਤਾਂ ਉਸਨੇ ਸਾਰੇ ਕਾਰਨਾਂ ਨੂੰ ਮਹਿਸੂਸ ਕੀਤਾ ਹੋਵੇਗਾ। ਪਰਮੇਸ਼ਵਰ ਮੈਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਹਨ ਕਿ ਉਹਨਾਂ ਨੇ ਮੈਨੂੰ ਉਹ ਅਸੁਵਿਧਾ ਵੀ ਦਿੱਤੀ ਸੀ। ਅਸੁਵਿਧਾ ਨਹੀਂ ਸੀ, ਪਰ ਗਲਤ ਰਾਹ ਤੇ ਜਾਣ ਤੋਂ ਰੋਕਣ ਲਈ ਇੱਕ ਰੋਕ ਪ੍ਰਣਾਲੀ ਸੀ। ਅਸੀਂ ਅਕਸਰ ਸੋਚਦੇ ਹਾਂ ਕਿ ਸਲੀਬ ਸਿਰਫ ਇੱਕ ਸਮੱਸਿਆ, ਦਰਦ ਅਤੇ ਬੋਝ ਹੈ, ਪਰ ਸਲੀਬ ਸਿਰਫ ਇੱਕ ਭਾਰ ਨਹੀਂ ਹੈ ਜੋ ਸਾਨੂੰ ਦੁੱਖ ਦਿੰਦੀ ਹੈ। ਸਲੀਬ ਸਾਡੀ ਮੁਕਤੀ ਲਈ ਜ਼ਰੂਰੀ ਹੈ। ਸਾਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਪਹਿਲੇ ਚਰਚ ਦੇ ਦਿਨਾਂ ਵਿੱਚ ਯੀਸ਼ੂ ਸਾਡੇ ਵਾਂਗ ਇੱਕ ਮਨੁੱਖ ਦੇ ਰੂਪ ਵਿੱਚ ਧਰਤੀ ਉੱਤੇ ਆਏ, ਕਿਉਂਕਿ ਉਹ ਸਰੀਰ ਵਿੱਚ ਆਏ ਅਤੇ ਉਹਨਾਂ ਨੇ ਖੁਸ਼ਖਬਰੀ ਦਾ ਪ੍ਰਚਾਰ ਕੀਤਾ। ਫਿਰ ਉਸ ਵੇਲੇ ਦੇ ਪ੍ਰਮੁੱਖ ਧਰਮ ਨਾਲ ਸੰਬੰਧਿਤ ਧਾਰਮਿਕ ਨੇਤਾ ਅਤੇ ਲੋਕ ਅਰਥਾਤ ਯਹੂਦੀਆਂ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਸਤਾਇਆ। ਉਹਨਾਂ ਨੇ ਯੀਸ਼ੂ ਦੀ ਹਰ ਸਿੱਖਿਆ ਦਾ ਵਿਰੋਧ ਕੀਤਾ ਅਤੇ ਬਿਨਾਂ ਕਿਸੇ ਝਿਜਕ ਉਹਨਾਂ ਦੀ ਬੇਇੱਜ਼ਤੀ ਕੀਤੀ। ਇੱਕ ਦਿਨ ਯੀਸ਼ੂ ਨੇ ਸਾਖੀ ਦਿੱਤੀ ਕਿ ਉਹ ਪਰਮੇਸ਼ਵਰ ਹਨ ਜੋ ਸਵਰਗ ਤੋਂ ਆਏ ਹਨ। ਅਸੀਂ ਇਸ ਨੂੰ ਯਹੂਨਾ ਅਧਿਆਇ 10 ਵਚਨ 30 ਵਿੱਚ ਦੇਖ ਸਕਦੇ ਹਾਂ। ਮੈਂ ਉਹ ਮਸੀਹ ਹਾਂ ਜਿਸ ਦੀ ਤੁਸੀਂ ਉਡੀਕ ਕਰ ਰਹੇ ਸੀ। ਮੈਂ ਉਹੀ ਪਰਮੇਸ਼ਵਰ ਮੁਕਤੀਦਾਤਾ ਹਾਂ ਜਿਸ ਦੀ ਤੁਸੀਂ ਉਡੀਕ ਕਰ ਰਹੇ ਹੋ। ਜਦੋਂ ਉਹਨਾਂ ਨੇ ਇਸ ਗੱਲ ਨੂੰ ਸਮਝਾਇਆ ਤਦ ਯਹੂਦੀਆਂ ਨੇ ਉਹਨਾਂ ਨੂੰ ਪੱਥਰ ਮਾਰਨ ਲਈ ਪੱਥਰ ਚੁੱਕੇ। ਇਹ ਉਹਨਾਂ ਦੀ ਗਲਤ ਧਾਰਨਾ ਕਾਰਨ ਸੀ ਕਿ ਪਰਮੇਸ਼ਵਰ ਇੱਕ ਮਾੜੇ ਵਿਅਕਤੀ ਦੇ ਰੂਪ ਵਿੱਚ ਨਹੀਂ ਆ ਸਕਦੇ। ਉਹਨਾਂ ਦਾ ਵਿਸ਼ਵਾਸ ਗਲਤ ਸੀ। ਉਹਨਾਂ ਦੇ ਪੱਕੇ ਵਿਚਾਰ ਦੇ ਉਲਟ ਯੀਸ਼ੂ ਸਰੀਰ ਵਿੱਚ ਧਰਤੀ ਉੱਤੇ ਆਏ ਅਤੇ 3.5 ਸਾਲ ਤੱਕ ਉਹਨਾਂ ਦੀ ਸੇਵਕਾਈ ਕੀਤੀ। ਮਨੁੱਖ ਜਾਤੀ ਲਈ ਮੁਕਤੀ ਦਾ ਰਾਹ ਵਿਆਪਕ ਰੂਪ ਨਾਲ ਖੋਲਣ ਤੋਂ ਬਾਅਦ ਉਹ ਸਵਰਗ ਚਲੇ ਗਏ। ਉਹ ਸਾਰੇ ਲੋਕ ਜੋ ਯੀਸ਼ੂ ਮਸੀਹ ਨੂੰ ਪਰਮੇਸ਼ਵਰ ਦੇ ਰੂਪ ਵਿੱਚ ਮੰਨਦੇ ਸੀ ਅਤੇ ਉਹਨਾਂ ਦਾ ਪਾਲਨ ਕਰਦੇ ਸੀ, ਉਸ ਸਮੇਂ ਦੇ ਸਾਰੇ ਧਾਰਮਿਕ ਨੇਤਾਵਾਂ ਅਤੇ ਲੋਕਾਂ ਦੁਆਰਾ ਕੁਧਰਮੀ ਸੱਦੇ ਗਏ। ਜਿਵੇਂ ਕਿ ਰਸੂਲ 24 ਵਿੱਚ ਲਿਖਿਆ ਗਿਆ ਹੈ,
ਰਸੂਲ ਪੌਲੁਸ ਤੇ ਦੋਸ਼ ਲਗਾਇਆ ਗਿਆ ਸੀ ਅਤੇ ਉਸ ਨੂੰ ਨਾਸਰੀਆਂ ਦੇ ਪੰਥ ਦਾ ਆਗੂ ਵੀ ਕਿਹਾ ਗਿਆ ਸੀ। ਇਸ ਤਰ੍ਹਾਂ ਲੱਗਦਾ ਸੀ ਕਿ ਅਜਿਹੇ ਅਤਿਆਚਾਰ ਅਤੇ ਦੁੱਖ ਖੁਸ਼ਖਬਰੀ ਵਿੱਚ ਰੁਕਾਵਟ ਪੈਦਾ ਕਰਨਗੇ, ਪਰ ਹੈਰਾਨੀਜਨਕ ਗੱਲ ਵਾਪਰੀ। ਜਿੰਨਾ ਜ਼ਿਆਦਾ ਉਹਨਾਂ ਨੂੰ ਰੋਕਿਆ ਗਿਆ, ਉਨੀ ਜ਼ਿਆਦਾ ਖੁਸ਼ਖਬਰੀ ਫੈਲ ਗਈ। ਇਹ ਠੀਕ ਗੰਧਰਸ ਦੀ ਖੁਸ਼ਬੂ ਵਰਗਾ ਸੀ। ਜਿੰਨਾ ਜ਼ਿਆਦਾ ਉਸ ਨੂੰ ਚੀਰਿਆ ਜਾਂਦਾ ਸੀ, ਉਨੀ ਡੂੰਗੀ ਖੁਸ਼ਬੂ ਬਣ ਜਾਂਦੀ ਸੀ। ਜਦੋਂ ਉਸ ਨੂੰ ਵਿਚਕਾਰੋਂ ਚੀਰਿਆ ਗਿਆ ਤਾਂ ਪਵਿੱਤਰ ਆਤਮਾ ਦੀ ਸ਼ਕਤੀ ਨੂੰ ਹੋਰ ਅੱਧਾ ਜੋੜਿਆ ਗਿਆ। ਜਦੋਂ ਇਸ ਨੂੰ ਹੋਰ ਜ਼ਿਆਦਾ ਕੱਟਿਆ ਗਿਆ ਤਾਂ ਪਵਿੱਤਰ ਆਤਮਾ ਦੀ ਸ਼ਕਤੀ ਪਹਿਲੇ ਚਰਚ ਨੂੰ ਮਜ਼ਬੂਤ ਕਰਨ ਲਈ ਹੋਰ ਜ਼ਿਆਦਾ ਸ਼ਕਤੀਸ਼ਾਲੀ ਹੋ ਗਈ ਅਤੇ ਖੁਸ਼ਖਬਰੀ ਨੂੰ ਨਾ ਸਿਰਫ ਏਸ਼ੀਆ ਵਿੱਚ ਬਲਕਿ ਯੂਰਪ ਵਿੱਚ ਵੀ ਫੈਲਣ ਦਿੱਤਾ। ਜਦੋਂ ਸਲੀਬ ਦੀ ਗੱਲ ਆਉਂਦੀ ਹੈ ਤਾਂ ਅਸੀਂ ਬਸ ਸੋਚ ਸਕਦੇ ਹਾਂ ਕਿ ਇਹ ਦੁੱਖ, ਪ੍ਰੀਖਿਆ ਅਤੇ ਮੁਸ਼ਕਲਾਂ ਦਾ ਪ੍ਰਤੀਕ ਹੈ। ਦਰਅਸਲ ਸਲੀਬ ਦੇ ਪਿੱਛੇ ਪਰਮੇਸ਼ਵਰ ਦੀ ਇੱਕ ਅਣਡਿੱਠੀ ਇੱਛਾ ਸ਼ਕਤੀ ਹੈ। ਜਦੋਂ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 1 ਤੋਂ 6 ਪੜ੍ਹਦੇ ਹਾਂ ਤਾਂ ਅਸੀਂ ਉਹਨਾਂ ਲੋਕਾਂ ਨੂੰ ਵੇਖ ਸਕਦੇ ਹਾਂ ਕਿ ਜਿਨ੍ਹਾਂ ਨੂੰ ਜੁਗੋ ਜੁਗ ਰਾਜ ਕਰਨ ਦਾ ਬਚਨ ਦਿੱਤਾ ਗਿਆ ਹੈ ਨਾ। ਆਓ ਅਸੀਂ ਇਸ ਦੀ ਪੁਸ਼ਟੀ ਕਰੀਏ। ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 1 ਕਹਿੰਦਾ ਹੈ, ਉਸਨੇ ਅੰਮ੍ਰਿਤ ਜਲ ਦੀ ਇੱਕ ਨਦੀ ਬਲੌਰ ਵਾਂਗੂ ਉਜਲ ਪਰਮੇਸ਼ਵਰ ਅਤੇ ਲੇਲੇ ਦੇ ਸਿੰਘਾਸਨ ਵਿੱਚੋਂ ਨਿਕਲਦੀ ਉਸ ਨਗਰੀ ਦੇ ਚੌਂਕ ਦੇ ਵਿਚਕਾਰ ਮੈਨੂੰ ਵਿਖਾਈ। ਉਸ ਨਦੀ ਦੇ ਉਰਾਰ ਪਾਰ ਜੀਵਨ ਦਾ ਬਿਰਛ ਹੈ, ਜਿਹਨੂੰ 12 ਪ੍ਰਕਾਰ ਦੇ ਫਲ ਲੱਗਦੇ ਹਨ ਅਤੇ ਉਸ ਬਿਰਛ ਦੇ ਪੱਤੇ ਕੋਮਾਂ ਦੇ ਇਲਾਜ ਲਈ ਹਨ। ਅਤੇ ਹੁਣ ਅਗਾਂਹ ਨੂੰ ਕੋਈ ਸ਼ਰਾਪ ਨਾ ਹੋਵੇਗਾ ਅਤੇ ਪਰਮੇਸ਼ਵਰ ਅਤੇ ਲੇਲੇ ਦਾ ਸਿੰਘਾਸਨ ਉਸ ਵਿੱਚ ਹੋਵੇਗਾ ਅਤੇ ਉਹਦੇ ਦਾਸ ਉਹਦੀ ਉਪਾਸਨਾ ਕਰਨਗੇ ਅਤੇ ਉਹਦਾ ਦਰਸ਼ਨ ਪਾਉਣਗੇ ਅਤੇ ਉਹਦਾ ਨਾਮ ਉਹਨਾਂ ਦੇ ਮੱਥਿਆਂ ਉੱਤੇ ਹੋਵੇਗਾ। ਅਤੇ ਹੁਣ ਅਗਾਂਹ ਨੂੰ ਰਾਤ ਨਾ ਹੋਵੇਗੀ ਅਤੇ ਉਹਨਾਂ ਨੂੰ ਦੀਵੇ ਦੀ ਲੋੜ, ਸਗੋਂ ਸੂਰਜ ਦੇ ਚਾਨਣ ਦੀ ਕੁਝ ਲੋੜ ਨਹੀਂ, ਕਿਉਂ ਜੋ ਪ੍ਰਭੂ ਪਰਮੇਸ਼ਵਰ ਉਹਨਾਂ ਨੂੰ ਚਾਨਣ ਕਰੇਗਾ ਅਤੇ ਉਹ ਜੁਗੋ ਜੁਗ ਰਾਜ ਕਰਨਗੇ। ਇੱਥੇ ਉਹ ਸਾਨੂੰ ਦਰਸਾਉਂਦਾ ਹੈ ਜੋ ਬਚਾਏ ਜਾਣਗੇ, ਕਿਉਂਕਿ ਇਹ ਲਿਖਿਆ ਹੈ ਉਹ ਜੁਗੋ ਜੁਗ ਰਾਜ ਕਰਨਗੇ। ਫਿਰ ਕੀ ਸਾਨੂੰ ਆਪਣੇ ਸਿਰਾਂ ਉੱਤੇ ਮੁਕੁਟ ਨਹੀਂ ਪਹਿਨਣਾ ਚਾਹੀਦਾ? ਫਿਰ ਸਾਨੂੰ ਇਸ ਨੂੰ ਪਹਿਨਣ ਲਈ ਮੁਕੁਟ ਦਾ ਭਾਰ ਚੁੱਕਣਾ ਚਾਹੀਦਾ ਹੈ। ਅਸੀਂ ਬੇਵਸ ਹੋ ਕੇ ਸੋਚ ਸਕਦੇ ਹਾਂ, ਅਜਿਹਾ ਕਿਉਂ ਹੈ ਕਿ ਪਰਮੇਸ਼ਵਰ ਸਾਡੇ ਉੱਪਰ ਸਲੀਬ ਦਾ ਬੋਝ ਪਾਉਂਦੇ ਹਨ? ਪਰਮੇਸ਼ਵਰ ਆਪਣੇ ਲੋਕਾਂ ਲਈ ਖੁਰਦਰੇ ਰਾਹਾਂ ਨੂੰ ਆਰਾਮਦਾਇਕ ਅਤੇ ਮੁਸ਼ਕਲਾਂ ਚੀਜ਼ਾਂ ਨੂੰ ਸੌਖਾ ਬਣਾ ਸਕਦੇ ਹਨ। ਉਹ ਉਹਨਾਂ ਨੂੰ ਜੋ ਵੀ ਉਹ ਸੋਚਦੇ ਹਨ ਜਾਂ ਚਾਹੁੰਦੇ ਹਨ, ਆਸ ਕਰਦੇ ਹਨ, ਪ੍ਰਾਪਤ ਕਰਨ ਵਿੱਚ ਸਹਾਇਤਾ ਕਰ ਸਕਦੇ ਹਨ। ਹਾਲਾਂਕਿ ਪਰਮੇਸ਼ਵਰ ਕਈ ਜ਼ੁਲਮਾਂ ਅਤੇ ਦੁੱਖਾਂ ਦੁਆਰਾ ਖੁਸ਼ਖਬਰੀ ਨੂੰ ਵਿਕਸਿਤ ਕਰਦੇ ਹਨ। ਸਾਨੂੰ ਇਸ ਦੇ ਬਾਰੇ ਸਾਵਧਾਨੀ ਨਾਲ ਸੋਚਣ ਦੀ ਲੋੜ ਹੈ। ਪਰਮੇਸ਼ਵਰ ਸਾਨੂੰ ਕਹਿੰਦੇ ਹਨ, ਤੁਸੀਂ ਆਖਰਕਾਰ ਜੁਗੋ ਜੁਗ ਰਾਜ ਕਰੋਗੇ। ਉਹ ਆਪਣੀਆਂ ਸੰਤਾਨਾਂ ਨੂੰ ਸਵਰਗ ਵਿੱਚ ਇੱਕ ਸ਼ਾਨਦਾਰ ਅਹੁਦੇ ਵਿੱਚ ਰੱਖਣਾ ਚਾਹੁੰਦੇ ਹਨ, ਜਿੱਥੇ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਲਈ ਰਹਿ ਸਕਦੇ ਹਾਂ। ਇਸ ਲਈ ਸਾਨੂੰ ਇਸ ਧਰਤੀ ਉੱਤੇ ਬਹੁਤ ਜ਼ਿਆਦਾ ਆਤਮਿਕ ਸਿਖਲਾਈ ਦੀ ਲੋੜ ਹੈ। ਕਦੀ-ਕਦੀ ਸਾਨੂੰ ਦੁੱਖ, ਦਰਦ, ਸੋਗ ਅਤੇ ਮੁਸ਼ਕਲਾਂ ਹੁੰਦੀਆਂ ਹਨ। ਹਾਲਾਂਕਿ ਪਰਮੇਸ਼ਵਰ ਨਾ ਸਿਰਫ ਸਾਨੂੰ ਦੁੱਖ ਦਿੰਦੇ ਹਨ ਬਲਕਿ ਖੁਸ਼ੀ ਵੀ ਦਿੰਦੇ ਹਨ, ਹੈ ਨਾ। ਉਹ ਸਾਨੂੰ ਆਸ ਵੀ ਦਿੰਦੇ ਹਨ ਕਿ ਨਹੀਂ। ਸਾਨੂੰ ਇਸ ਗੱਲ ਨਾਲ ਆਰਾਮ ਮਿਲਦਾ ਹੈ ਕਿ ਸਾਡੇ ਕੋਲ ਸਵਰਗ ਦਾ ਵਾਅਦਾ ਹੈ ਨਾ। ਜੇਕਰ ਅਸੀਂ ਰਾਜਾ ਨਹੀਂ ਬਣ ਸਕਦੇ, ਪਰ ਸਵਰਗ ਦੇ ਰਾਜ ਵਿੱਚ ਹਮੇਸ਼ਾ ਸਵਰਗਦੂਤਾਂ ਦੇ ਰੂਪ ਵਿੱਚ ਰਾਜਿਆਂ ਦਾ ਪਾਲਨ ਕਰਦੇ ਹਾਂ, ਤਾਂ ਪਰਮੇਸ਼ਵਰ ਸਾਨੂੰ ਦੁੱਖ, ਕਸ਼ਟ, ਮੁਸ਼ਕਲਾਂ ਅਤੇ ਪ੍ਰੀਖਿਆਵਾਂ ਕਦੀ ਨਾ ਦਿੰਦੇ, ਕਿਉਂਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਦੁਖੀ ਹੁੰਦੇ ਹਾਂ। ਇਸ ਲਈ ਅਸੀਂ ਹੋਰ ਮਹਾਨ ਪਾਤਰ ਬਣ ਜਾਂਦੇ ਹਾਂ। ਇਸ ਲਈ ਪਰਮੇਸ਼ਵਰ ਸਾਨੂੰ ਦੁੱਖ ਦਿੰਦੇ ਹਨ। ਆਓ ਅਸੀਂ ਇਸ ਗੱਲ ਨੂੰ ਮਨ ਵਿੱਚ ਰੱਖੀਏ ਅਤੇ ਖੁਦ ਨੂੰ ਮਸੀਹ ਦੇ ਜੀਵਨ ਵਿੱਚ ਸਲੀਬ ਦੇ ਰਾਹ ਉੱਤੇ ਪੂਰੀ ਤਰ੍ਹਾਂ ਅਤੇ ਸਰਗਰਮੀ ਪਾ ਦਈਏ। ਆਓ ਅਸੀਂ ਰੋਮੀਓ ਅਧਿਆਇ 8 ਉੱਤੇ ਜਾਈਏ। ਅਧਿਆਇ 8 ਵਚਨ 16। ਉਹ ਆਤਮਾ ਆਪ ਸਾਡੇ ਆਤਮਾ ਦੇ ਨਾਲ ਸਾਖੀ ਦਿੰਦਾ ਹੈ ਭਈ ਅਸੀਂ ਪਰਮੇਸ਼ਵਰ ਦੇ ਬਾਲਕ ਹਾਂ, ਅਤੇ ਜੇ ਬਾਲਕ ਹਾਂ ਤਾਂ ਅਧਿਕਾਰੀ ਵੀ ਹਾਂ। ਪਰਮੇਸ਼ਵਰ ਦੇ ਅਧਿਕਾਰੀ ਅਤੇ ਮਸੀਹ ਦੇ ਨਾਲ ਸਾਂਝੇ ਅਧਿਕਾਰੀ। ਪਰ ਤਦੇ ਜੇ ਅਸੀਂ ਉਹਦੇ ਨਾਲ ਦੁੱਖ ਚੱਲੀਏ ਭਾਈ ਉਹਦੇ ਨਾਲ ਅਸੀਂ ਵਡਿਆਏ ਜਾਈਏ।
ਇੱਕ ਮੁਕੁਟ ਦਾ ਪੱਕਾ ਭਾਰ ਹੁੰਦਾ ਹੈ। ਸਾਨੂੰ ਮੁਕੁਟ ਦਾ ਭਾਰ ਸਹਿਣ ਵਿੱਚ ਸਮਰਥੀ ਹੋਣਾ ਚਾਹੀਦਾ ਹੈ। ਬਾਈਬਲ ਕਹਿੰਦੀ ਹੈ ਕਿ ਅਸੀਂ ਜੁਗੋ ਜੁਗ ਰਾਜ ਕਰਾਂਗੇ। ਸਿਰਫ ਯੀਸ਼ੂ ਦੇ ਪਹਿਲੀ ਵਾਰ ਆਉਣ ਵੇਲੇ ਹੀ ਦੁੱਖ ਨਹੀਂ ਸੀ। ਇਨ੍ਹਾਂ ਅੰਤਿਮ ਦਿਨਾਂ ਵਿੱਚ ਵੀ ਅਜਿਹਾ ਹੀ ਹੈ ਜਿਨ੍ਹਾਂ ਵਿੱਚ ਅਸੀਂ ਜੀ ਰਹੇ ਹਾਂ। ਇਹ ਦੇਖਦੇ ਹੋਏ ਕਿ ਸਾਡਾ ਸਿਯੋਨ ਅੱਜ ਕਿਵੇਂ ਬਣ ਗਿਆ ਹੈ, ਇਹ ਪ੍ਰਕਿਰਿਆ ਹਮੇਸ਼ਾ ਸੌਖੀ ਨਹੀਂ ਸੀ। ਸਵਰਗੀ ਪਿਤਾ ਜੀ ਨੇ ਕਈ ਮੁਸ਼ਕਲਾਂ ਦੇ ਦੁਆਰਾ ਖੁਸ਼ਖਬਰੀ ਦੇ ਕੰਮ ਦੀ ਅਗਵਾਈ ਕੀਤੀ ਅਤੇ ਸਵਰਗੀ ਮਾਤਾ ਜੀ ਨੇ ਇਸ ਸੱਚਾਈ ਨੂੰ ਸਾਮਰੀਆ ਅਤੇ ਧਰਤੀ ਦੀ ਹੱਦ ਤੱਕ ਪ੍ਰਚਾਰ ਕਰਨ ਲਈ ਅਣਗਿਣਤ ਦੁੱਖਾਂ ਦੇ ਦੁਆਰਾ ਸਾਡੇ ਲਈ ਕੰਮ ਕੀਤਾ, ਤਾਂ ਜੋ ਸਾਰੇ ਲੋਕ ਸੱਚਾਈ ਜਾਣ ਸਕਣ। ਜਿਵੇਂ ਅੱਜ ਅਸੀਂ ਹਾਂ, ਇਸ ਤਰ੍ਹਾਂ ਬਣਾਉਣ ਲਈ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਹੈ। ਅਸੀਂ ਸਾਰੇ ਸਿਯੋਨ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਜੋ ਮੁਕੁਟ ਪਹਿਨਣਾ ਚਾਹੁੰਦਾ ਹੈ ਉਸ ਨੂੰ ਉਸ ਦਾ ਭਾਰ ਚੁੱਕਣਾ ਚਾਹੀਦਾ ਹੈ। ਰੋਮੀਓ 8 ਕਹਿੰਦਾ ਹੈ, ਕਿਉਂਕਿ ਅਸੀਂ ਸਵਰਗ ਦੇ ਅਧਿਕਾਰੀ ਹਾਂ। ਪਰਮੇਸ਼ਵਰ ਨੇ ਅਧਿਕਾਰੀ ਅਤੇ ਮਸੀਹ ਦੇ ਨਾਲ ਸਾਂਝੇ ਅਧਿਕਾਰੀ, ਪਰ ਤਦੇ ਜੇ ਅਸੀਂ ਉਹਦੇ ਨਾਲ ਦੁੱਖ ਚੱਲੀਏ ਭਾਈ, ਉਹਦੇ ਨਾਲ ਅਸੀਂ ਵਡਿਆਏ ਜਾਈਏ। ਫਿਰ ਲੋਕ ਜਿਨ੍ਹਾਂ ਨੂੰ ਬਾਈਬਲ ਪਰਮੇਸ਼ਵਰ ਦੇ ਅਧਿਕਾਰੀ ਦੇ ਰੂਪ ਵਿੱਚ ਸਵੀਕਾਰ ਕਰਦੀ ਹੈ, ਕਿਹੜੀ ਸੱਚਾਈ ਵਿੱਚ ਰਹਿੰਦੇ ਹਨ? ਆਓ ਅਸੀਂ ਰੋਮੀਓ ਅਧਿਆਇ 9 ਉੱਤੇ ਜਾਈਏ। ਇਬਰਾਨੀਓ 9 ਵਚਨ 15 ਕਹਿੰਦਾ ਹੈ, ਇਸੇ ਕਾਰਨ ਉਹ ਨਵੇਂ ਨੇਮ ਦਾ ਵਿਚੋਲਾ ਹੈ, ਕਿਉਂਕਿ ਇੱਕ ਮੌਤ ਹੋਈ ਹੈ ਜਿਹੜੀ ਪਹਿਲੇ ਨੇਮ ਦੇ ਅਪਰਾਧਾਂ ਤੋਂ ਛੁਡਾਉਂਦੀ ਹੈ। ਭਾਈ ਉਹ ਜਿਹੜੇ ਸੱਦੇ ਹੋਏ ਹਨ ਸਦੀਪਕ ਕਾਲ ਦੇ ਵਿਰਸੇ ਦੇ ਵਾਅਦੇ ਨੂੰ ਪ੍ਰਾਪਤ ਕਰਨ। ਇੱਥੇ ਸਦੀਪਕ ਕਾਲ ਦੇ ਵਿਰਸੇ ਨੂੰ ਰੋਮੀਓ 8 ਵਿੱਚ ਅਧਿਕਾਰੀ ਕਿਹਾ ਗਿਆ ਹੈ। ਬਾਈਬਲ ਕਹਿੰਦੀ ਹੈ ਭਾਈ ਉਹ ਜਿਹੜੇ ਸੱਦੇ ਹੋਏ ਹਨ ਸਦੀਪਕ ਕਾਲ ਦੇ ਵਿਰਸੇ ਦੇ ਵਾਅਦੇ ਨੂੰ ਪ੍ਰਾਪਤ ਕਰਨ। ਉਹਨਾਂ ਲੋਕਾਂ ਨਾਲ ਕੀ ਵਾਅਦਾ ਕੀਤਾ ਗਿਆ ਹੈ ਜਿਨ੍ਹਾਂ ਨੂੰ ਨਵੇਂ ਨੇਮ ਵਿੱਚ ਸੱਦਿਆ ਗਿਆ ਹੈ? ਪਰਮੇਸ਼ਵਰ ਨੇ ਉਹਨਾਂ ਨੂੰ ਸਦੀਪਕ ਕਾਲ ਦੇ ਵਿਰਸੇ, ਸਵਰਗ ਦੇ ਰਾਜ ਦੇ ਵਿਰਸੇ ਦਾ ਵਾਅਦਾ ਕੀਤਾ ਹੈ। ਰੋਮੀਓ 8 ਉਹਨਾਂ ਨੂੰ ਪਰਮੇਸ਼ਵਰ ਦੇ ਅਧਿਕਾਰੀ ਦੇ ਰੂਪ ਵਿੱਚ ਵਰਣਨ ਕਰਦਾ ਹੈ। ਪੂਰੀ ਦੁਨੀਆ ਵਿੱਚ ਸਮੁੰਦਰ ਦੀ ਰੇਤ ਵਾਂਗ ਕਈ ਚਰਚ ਹਨ, ਪਰ ਕੀ ਰੋਮੀਓ 8 ਉਹਨਾਂ ਸਾਰਿਆਂ ਨੂੰ ਨਹੀਂ ਦਰਸਾਉਂਦਾ? ਉਹ ਸਿਰਫ ਪਰਮੇਸ਼ਵਰ ਦੇ ਲੋਕਾਂ ਨੂੰ ਦਰਸਾਉਂਦਾ ਹੈ। ਉਹ ਕਿਹੜੀ ਸੱਚਾਈ ਵਿੱਚ ਰਹਿੰਦੇ ਹਨ? ਉਹ ਨਵੇਂ ਨੇਮ ਦੀ ਸੱਚਾਈ ਵਿੱਚ ਨਿਵਾਸ ਕਰਦੇ ਹਨ। ਇਸ ਲਈ ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਮਸੀਹ ਨਵੇਂ ਨੇਮ ਦਾ ਵਿਚੋਲਾ ਹੈ। ਜੋ ਨਵੇਂ ਨੇਮ ਵਿੱਚ ਨਹੀਂ ਰਹਿੰਦਾ ਉਹ ਸਦੀਪਕ ਕਾਲ ਦੇ ਵਿਰਸੇ ਨੂੰ ਪ੍ਰਾਪਤ ਨਹੀਂ ਕਰ ਸਕਦਾ ਜਿਸ ਦਾ ਪਰਮੇਸ਼ਵਰ ਨੇ ਸਾਡੇ ਨਾਲ ਵਾਅਦਾ ਕੀਤਾ ਹੈ। ਸਿਰਫ ਉਹ ਜੋ ਨਵੇਂ ਨੇਮ ਵਿੱਚ ਰਹਿੰਦੇ ਹਨ ਇਸ ਨੂੰ ਪ੍ਰਾਪਤ ਕਰ ਸਕਦੇ ਹਨ। ਇਹ ਉਹੀ ਲੋਕ ਹਨ ਜੋ ਜੁਗੋ ਜੁਗ ਰਾਜ ਕਰਨਗੇ, ਜਿਵੇਂ ਕਿ ਅਸੀਂ ਹੁਣੇ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਿੱਚ ਦੇਖਿਆ ਹੈ। ਇਸ ਵਡਿਆਈ ਵਿੱਚ ਭਾਗ ਲੈਣ ਲਈ ਜਿਸ ਨੂੰ ਪਰਮੇਸ਼ਵਰ ਨੇ ਸਾਡੇ ਲਈ ਤਿਆਰ ਕੀਤਾ ਹੈ, ਸਾਨੂੰ ਵਡਿਆਈ ਦੇ ਮੁਕੁਟ ਦਾ ਭਾਰ ਚੁੱਕਣ ਵਿੱਚ ਸਮਰਥੀ ਹੋਣਾ ਚਾਹੀਦਾ ਹੈ। ਇਸ ਲਈ ਇਹ ਉਹ ਰਾਹ ਨਹੀਂ ਹੈ ਜਿਸ ਉੱਤੇ ਹਰ ਕੋਈ ਚੱਲ ਸਕਦਾ ਹੈ। ਬਾਈਬਲ ਕਹਿੰਦੀ ਹੈ, ਅਤੇ ਭੀੜਾ ਹੈ ਉਹ ਫਾਟਕ ਅਤੇ ਸੋੜਾ ਹੈ ਉਹ ਰਾਹ ਜਿਹੜਾ ਜਿਉਣ ਨੂੰ ਜਾਂਦਾ ਹੈ, ਅਤੇ ਜੋ ਉਸ ਨੂੰ ਲੱਭਦੇ ਹਨ ਸੋ ਵਿਰਲੇ ਹਨ। ਕਿਉਂ ਜੋ ਮੋਕਲਾ ਹੈ ਉਹ ਫਾਟਕ ਅਤੇ ਖੁੱਲਾ ਹੈ ਉਹ ਰਾਹ ਜਿਸ ਨੂੰ ਸੰਸਾਰ ਦੇ ਬਹੁਤ ਸਾਰੇ ਲੋਕ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ। ਸਿਰਫ ਉਹੀ ਲੋਕ ਜਿਨ੍ਹਾਂ ਕੋਲ ਪਰਮੇਸ਼ਵਰ ਦੀ ਮਰਜ਼ੀ ਦੇ ਅਨੁਸਾਰ ਪੂਰੀ ਤਰ੍ਹਾਂ ਉਸ ਵਰਗਾ ਹੋਣ ਦਾ ਸਹੀ ਵਿਸ਼ਵਾਸ ਹੈ, ਉਸ ਰਾਹ ਦਾ ਪਾਲਨ ਕਰ ਸਕਦੇ ਹਨ ਜਿਸ ਤੇ ਤੁਸੀਂ ਚੱਲ ਰਹੇ ਹੋ ਅਤੇ ਜਿਸ ਰਾਹ ਤੇ ਅਸੀਂ ਇਕੱਠੇ ਚੱਲ ਰਹੇ ਹਾਂ। ਸਾਨੂੰ ਪਿਤਾ ਅਤੇ ਮਾਤਾ ਜੀ ਦੇ ਨਾਲ ਸਦਾ ਲਈ ਨਵੇਂ ਨੇਮ ਸੱਚਾਈ ਦੇ ਰਾਹ ਦਾ ਪਾਲਨ ਕਰਨਾ ਚਾਹੀਦਾ ਹੈ। ਫਿਰ ਪਰਮੇਸ਼ਵਰ ਨੇ ਸਾਨੂੰ ਸਾਡੀਆਂ ਸਲੀਬਾਂ ਦਾ ਭਾਰ ਕਿਉਂ ਚੁੱਕਣ ਦਿੱਤਾ ਹੈ? ਕਿ ਪਰਮੇਸ਼ਵਰ ਸਾਨੂੰ ਸਾਡੀਆਂ ਸਲੀਬਾਂ ਨੂੰ ਚੁੱਕੇ ਬਗੈਰ ਇੱਕ ਸਰਲ ਅਤੇ ਆਸਾਨ ਰਸਤੇ ਉੱਤੇ ਤੁਰਨ ਦੀ ਆਗਿਆ ਨਹੀਂ ਦੇ ਸਕਦੇ ਸੀ? ਇਸ ਦਾ ਜਵਾਬ ਪ੍ਰਕਾਸ਼ ਦੀ ਪੋਥੀ 22 ਵਿੱਚ ਪਾਇਆ ਗਿਆ ਹੈ, ਜੋ ਅਸੀਂ ਹੁਣੇ ਪੜ੍ਹਿਆ ਹੈ। ਸਾਨੂੰ ਰਾਜਾ ਬਣਾਉਣ ਲਈ ਜੋ ਜੁਗੋ ਜੁਗ ਰਾਜ ਕਰਨਗੇ। ਪਰਮੇਸ਼ਵਰ ਚਾਹੁੰਦੇ ਹਨ ਕਿ ਸਾਨੂੰ ਵੱਖ-ਵੱਖ ਵਾਤਾਵਰਨਾਂ ਦੁਆਰਾ ਜਾਣਕਾਰੀ ਦਿੱਤੀ ਜਾਵੇ। ਇਸ ਲਈ ਪਰਮੇਸ਼ਵਰ ਨੇ ਸਾਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਦਾ ਹੁਕਮ ਦਿੱਤਾ ਹੈ ਨਾ? ਪ੍ਰਚਾਰ ਦੀ ਪ੍ਰਕਿਰਿਆ ਵਿੱਚ ਅਸੀਂ ਅਜਿਹੇ ਲੋਕਾਂ ਨੂੰ ਮਿਲਦੇ ਹਾਂ ਜਿਨ੍ਹਾਂ ਦੇ ਵੱਖੋ ਵੱਖਰੇ ਕਿਰਦਾਰ ਹੁੰਦੇ ਹਨ। ਅਸੀਂ ਅਜਿਹੇ ਲੋਕਾਂ ਨਾਲ ਵੀ ਮਿਲਦੇ ਹਾਂ ਜੋ ਵੱਖੋ ਵੱਖਰੀਆਂ ਭਾਸ਼ਾਵਾਂ ਬੋਲਦੇ ਹਨ।
ਸਾਨੂੰ ਵੱਖ-ਵੱਖ ਸੱਭਿਆਚਾਰ ਅਤੇ ਰਿਵਾਜ਼ਾਂ ਨਾਲ ਵੀ ਨਜਿੱਠਣ ਦੀ ਲੋੜ ਹੁੰਦੀ ਹੈ। ਪ੍ਰਚਾਰ ਤੋਂ ਇਲਾਵਾ ਸਾਨੂੰ ਸ਼ਾਇਦ ਹੀ ਇਹਨਾਂ ਚੀਜ਼ਾਂ ਦਾ ਅਨੁਭਵ ਕਰਨ ਦਾ ਮੌਕਾ ਮਿਲ ਸਕਦਾ ਹੈ। ਅਸੀਂ ਸਾਰੇ ਕਿਸਮਾਂ ਦੇ ਲੋਕਾਂ ਨੂੰ ਮਿਲਦੇ ਹਾਂ। ਅਸ਼ਾਂਤ ਲੋਕ, ਕੋਮਲ ਸੁਭਾਅ ਦੇ ਲੋਕ, ਉਹ ਲੋਕ ਜੋ ਸਾਡੇ ਵਾਂਗੂ ਇੱਕੋ ਰੁਝਾਨ ਦੇ ਹਨ ਅਤੇ ਜੋ ਨਹੀਂ ਹਨ। ਕਿ ਅਸੀਂ ਉਹਨਾਂ ਤੋਂ ਕੁਝ ਸਿੱਖਦੇ ਹਾਂ ਜਾਂ ਨਹੀਂ? ਅਸੀਂ ਉਹਨਾਂ ਤੋਂ ਕਈ ਚੀਜ਼ਾਂ ਸਿੱਖਦੇ ਹਾਂ। ਪਰਮੇਸ਼ਵਰ ਸਾਨੂੰ ਸਾਰਿਆਂ ਲੋਕਾਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਦਾ ਹੁਕਮ ਕਿਉਂ ਦਿੰਦੇ ਹਨ? ਪਰਮੇਸ਼ਵਰ ਇਹ ਸਭ ਇੱਕ ਘੜੀ ਵਿੱਚ ਇਕੱਲੇ ਹੀ ਕਰ ਸਕਦੇ ਹਨ, ਪਰ ਉਹਨਾਂ ਨੇ ਇਸ ਨੂੰ ਸਾਨੂੰ ਸੌਂਪਿਆ ਹੈ। ਇਹਦਾ ਇਸ ਲਈ ਹੈ ਕਿਉਂਕਿ ਉਹ ਸਾਨੂੰ ਉਸ ਅਹੁਦੇ ਵਿੱਚ ਰੱਖਣਾ ਚਾਹੁੰਦੇ ਹਨ ਜਿੱਥੇ ਅਸੀਂ ਜੁਗੋ ਜੁਗ ਰਾਜ ਕਰ ਸਕਦੇ ਹਾਂ, ਹੈ ਨਾ? ਕਿਸੇ ਦੇਸ਼ ਵਿੱਚ ਲੋਕ ਪਰਮੇਸ਼ਵਰ ਦੇ ਵਚਨ ਲਈ ਕੋਮਲ ਅਤੇ ਆਗਿਆਕਾਰੀ ਹੁੰਦੇ ਹਨ, ਦੂਸਰੇ ਦੇਸ਼ ਦੇ ਲੋਕ ਨਹੀਂ ਹੁੰਦੇ ਅਤੇ ਹੋਰ ਦੇਸ਼ਾਂ ਦੇ ਲੋਕ ਕੋਸਾ ਰਵੱਈਆ ਦਿਖਾਉਂਦੇ ਹਨ। ਅਸੀਂ ਵੱਖ-ਵੱਖ ਹਾਲਾਤਾਂ ਨੂੰ ਅਪਣਾ ਰਹੇ ਹਾਂ। ਅਜਿਹਾ ਕਰਕੇ ਅਸੀਂ ਹੁਣ ਕਈ ਚੀਜ਼ਾਂ ਸਿੱਖ ਰਹੇ ਹਾਂ। ਸਾਰੇ ਪਾਠਾਂ ਵਿੱਚੋਂ ਇੱਕ ਸਬਕ ਹੈ ਜੋ ਅਸੀਂ ਸਾਰੇ ਆਮ ਤੌਰ ਤੇ ਸਿੱਖਦੇ ਹਾਂ। ਉਹਨਾਂ ਸਾਰਿਆਂ ਦੀ ਅਗਵਾਈ, ਪ੍ਰਾਇਸ਼ਚਿਤ ਅਤੇ ਮੁਕਤੀ ਵਿੱਚ ਕਰਨ ਲਈ ਸਾਡੇ ਕੋਲ ਉਹ ਪਿਆਰ ਹੋਣਾ ਚਾਹੀਦਾ ਹੈ ਜੋ ਪਰਮੇਸ਼ਵਰ ਨੇ ਸਾਨੂੰ ਦਿਖਾਇਆ ਹੈ। ਜੇਕਰ ਅਸੀਂ ਪਰਮੇਸ਼ਵਰ ਦੇ ਪਿਆਰ ਨਾਲ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹਾਂ ਤਾਂ ਅਸੀਂ ਪੂਰੀ ਦੁਨੀਆ ਨੂੰ ਇਕਜੁੱਟ ਕਰਨ ਵਿੱਚ ਸਹਾਇਤਾ ਕਰ ਸਕਦੇ ਹਾਂ। ਪਰ ਜੇਕਰ ਅਸੀਂ ਆਪਣੇ ਖੁਦ ਦੇ ਰਵੱਈਏ ਨਾਲ ਅਤੇ ਆਪਣੇ ਵਿਚਾਰਾਂ ਨਾਲ ਪ੍ਰਚਾਰ ਕਰਦੇ ਹਾਂ ਤਾਂ ਇਹ ਲਗਾਤਾਰ ਮੁਸ਼ਕਲ ਜਾਂ ਸਮੱਸਿਆ ਦਾ ਕਾਰਨ ਬਣਦਾ ਹੈ। ਕਿਉਂਕਿ ਅਸੀਂ ਮਸੀਹ ਦੇ ਪਿਆਰ ਨਾਲ ਪ੍ਰਚਾਰ ਕਰਦੇ ਹਾਂ, ਫਿਰ ਅਸੀਂ ਇੱਕ ਦੂਸਰੇ ਦੀ ਗੱਲ ਮੰਨ ਕੇ ਅਤੇ ਇੱਕ ਦੂਸਰੇ ਦੀ ਦੇਖਭਾਲ ਕਰਕੇ ਇੱਕ ਹੋ ਜਾਂਦੇ ਹਾਂ। ਫਿਰ ਪੂਰੀ ਦੁਨੀਆ ਦੇ 175 ਦੇਸ਼ਾਂ ਵਿੱਚ ਸਾਡੇ ਸਾਰੇ ਸਿਯੋਨ ਪਰਮੇਸ਼ਵਰ ਵਿੱਚ ਇੱਕ ਕੌਮ ਬਣ ਗਏ ਹਨ। ਹਰ ਸਿਯੋਨ ਦੇ ਮੈਂਬਰ ਪਰਮੇਸ਼ਵਰ ਦੇ ਪਿਆਰ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਕਰ ਰਹੇ ਹਨ, ਹੈ ਨਾ? ਹਰ ਦਿਨ ਮੈਂ ਪੂਰੀ ਦੁਨੀਆ ਵਿੱਚੋਂ ਖੁਸ਼ੀ ਦਾ ਸਮਾਚਾਰ ਸੁਣਦਾ ਹਾਂ ਕਿ ਖੁਸ਼ਖਬਰੀ ਦਾ ਪ੍ਰਚਾਰ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ। ਮੈਂ ਲਗਾਤਾਰ ਹੈਰਾਨੀਜਨਕ ਖਬਰਾਂ ਸੁਣਦਾ ਹਾਂ ਕਿ ਸਾਰੇ ਖੇਤਰਾਂ ਦੇ ਲੋਕ ਅਤੇ ਹਰ ਉਮਰ ਸਮੂਹ ਦੇ ਲੋਕ, ਜਿਵੇਂ ਵਿਦਿਆਰਥੀ, ਨੌਜਵਾਨ ਬਾਲਕ, ਇਸਤਰੀ ਬਾਲਕ, ਪੁਰਖ ਬਾਲਕ ਆਦਿ ਸਿਯੋਨ ਦੇ ਵਿੱਚ ਅਗਵਾਈ ਕੀਤੀ ਗਈ ਹੈ। ਇੱਕ ਮਸ਼ਹੂਰ ਅਦਾਕਾਰ ਨੇ ਬਪਤਿਸਮਾ ਲਿਆ ਹੈ ਅਤੇ ਕੁਝ ਫਿਲਮ ਨਿਰਮਾਤਾਵਾਂ ਅਤੇ ਰਾਜਨੇਤਾਵਾਂ ਨੇ ਸੱਚਾਈ ਨੂੰ ਸਵੀਕਾਰ ਕਰ ਲਿਆ ਹੈ। ਜਦੋਂ ਅਜਿਹੇ ਵਿਭਿੰਨ ਲੋਕ ਸਿਯੋਨ ਵਿੱਚ ਆਉਂਦੇ ਹਨ ਤਾਂ ਮੈਂ ਹਮੇਸ਼ਾ ਸੋਚਦਾ ਹਾਂ ਕਿ ਮੈਨੂੰ ਉਹਨਾਂ ਸਾਰਿਆਂ ਨੂੰ ਇੱਕ ਸਵਰਗੀ ਪਰਿਵਾਰ ਵਿੱਚ ਇਕਜੁੱਟ ਕਰਨ ਅਤੇ ਉਹਨਾਂ ਨੂੰ ਸਵਰਗ ਦੇ ਰਾਜ ਵੱਲ ਸਹੀ ਰਾਹ ਤੇ ਲਿਜਾਣ ਲਈ ਕੀ ਕਰਨਾ ਚਾਹੀਦਾ ਹੈ। ਹਰ ਕਿਸੇ ਦੇ ਕੋਲ ਆਪਣੀ ਖੁਦ ਦੀ ਸਲੀਬ ਹੈ ਨਾ? ਜੋ ਕੋਈ ਆਪਣੀ ਸਲੀਬ ਨਹੀਂ ਚੁੱਕਦਾ ਉਹ ਸਵਰਗ ਦੇ ਰਾਜ ਵਿੱਚ ਨਹੀਂ ਜਾ ਸਕਦਾ। ਸਾਡੇ ਸਾਰਿਆਂ ਦੇ ਕੋਲ ਚੁੱਕਣ ਲਈ ਆਪਣੀ ਖੁਦ ਦੀ ਸਲੀਬ ਹੈ। ਮੈਂ ਆਪਣੇ ਗਵਾਚੇ ਹੋਏ ਭਰਾਵਾਂ ਅਤੇ ਭੈਣਾਂ ਨੂੰ ਲੱਭ ਕੇ ਬਹੁਤ ਖੁਸ਼ ਹਾਂ, ਪਰ ਉਹਨਾਂ ਨੂੰ ਦੁਬਾਰਾ ਸਵਰਗ ਦੇ ਲੋਕਾਂ ਦੇ ਰੂਪ ਵਿੱਚ ਨਵਾਂ ਜਨਮ ਲੈਣ ਲਈ ਅਤੇ ਬਦਲਣ ਵਿੱਚ ਸਹਾਇਤਾ ਕਰਨ ਲਈ ਸਮਾਂ ਲੱਗਦਾ ਹੈ ਅਤੇ ਇਸ ਦੇ ਲਈ ਉਹਨਾਂ ਦੇ ਆਸੇ-ਪਾਸੇ ਮੈਂਬਰਾਂ ਦੇ ਬਲੀਦਾਨ ਦੀ ਵੀ ਜ਼ਰੂਰਤ ਹੁੰਦੀ ਹੈ। ਉਹਨਾਂ ਨੂੰ ਸਲੀਬ ਦਾ ਭਾਰ ਚੁੱਕਣ ਦੀ ਲੋੜ ਹੁੰਦੀ ਹੈ। ਯੀਸ਼ੂ ਨੇ ਕਿਹਾ, ਜੋ ਲੋਕ ਆਪਣੀ ਖੁਦ ਦੀ ਸਲੀਬ ਨੂੰ ਚੁੱਕੇ ਬਗੈਰ ਸਿਰਫ ਸਵਰਗ ਜਾਣਾ ਚਾਹੁੰਦੇ ਹਨ ਉਹ ਕਦੀ ਵੀ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ। ਉਹਨਾਂ ਨੇ ਕਿਹਾ, ਉਹ ਮੇਰੇ ਚੇਲੇ ਨਹੀਂ ਬਣ ਸਕਦੇ। ਸਲੀਬ ਤੋਂ ਬਿਨਾਂ ਜਾਣ ਦਾ ਰਾਹ ਕਦੀ ਵੀ ਮਸੀਹ ਦਾ ਰਾਹ ਨਹੀਂ ਹੈ। ਪਰਮੇਸ਼ਵਰ ਦੇ ਕੋਲ ਅਪਾਰ ਸ਼ਕਤੀ ਹੈ, ਫਿਰ ਵੀ ਉਹ ਇਸ ਧਰਤੀ ਉੱਤੇ ਆਏ ਅਤੇ ਹਰ ਤਰ੍ਹਾਂ ਦੇ ਮਖੌਲ ਅਤੇ ਰੁਕਾਵਟਾਂ ਸਹਿਣ ਕਰਦੇ ਹੋਏ ਸਲੀਬ ਦਾ ਬੋਝ ਚੁੱਕਿਆ। ਉਹਨਾਂ ਨੂੰ ਮਾਰਿਆ ਗਿਆ ਅਤੇ ਸਲੀਬ ਉੱਤੇ ਕਿੱਲ ਠੋਕੇ ਗਏ ਅਤੇ ਬਰਛੇ ਨਾਲ ਉਹਨਾਂ ਦਾ ਇੱਕ ਪਾਸਾ ਵਿੰਨਿਆ ਗਿਆ। ਉਹ ਇਸ ਦਰਦਨਾਕ ਰਾਹ ਉੱਤੇ ਕਿਉਂ ਚੱਲੇ? ਉਹ ਉਹਨਾਂ ਸਾਰਿਆਂ ਦੁੱਖਾਂ ਦਾ ਅਨੁਭਵ ਕੀਤੇ ਬਗੈਰ ਸਭ ਕੁਝ ਹਾਸਲ ਕਰ ਸਕਦੇ ਸੀ, ਹੈ ਨਾ? ਹਾਲਾਂਕਿ ਉਹ ਚੁੱਪਚਾਪ ਸਲੀਬ ਦੇ ਰਾਹ ਉੱਤੇ ਚੱਲੇ ਅਤੇ ਕਿਹਾ, ਜੇਕਰ ਤੁਸੀਂ ਮੇਰੇ ਪਿੱਛੇ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਸਲੀਬ ਲੈਣੀ ਪਵੇਗੀ। ਮੈਂ ਸਲੀਬ ਦੇ ਰਾਹ ਉੱਤੇ ਚੱਲਿਆ ਹਾਂ, ਇਸ ਲਈ ਸਿਰਫ ਉਹ ਜੋ ਆਪਣੀ ਸਲੀਬ ਚੁੱਕਦੇ ਹਨ ਮੇਰੇ ਰਾਹ ਦਾ ਪਾਲਨ ਕਰ ਸਕਦੇ ਹਨ। ਇਹ ਸਾਡੇ ਲਈ ਪਰਮੇਸ਼ਵਰ ਦੀ ਮਰਜ਼ੀ ਹੈ ਨਾ? ਸਿਯੋਨ ਵਿੱਚ ਸਾਡੇ ਪਿਆਰੇ ਭਰਾਵੋ ਅਤੇ ਭੈਣੋ, ਅੱਜ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਪਰਮੇਸ਼ਵਰ ਸਾਨੂੰ ਸਲੀਬ ਦੇ ਇਸ ਰਾਹ ਉੱਤੇ ਚੱਲਣ ਦੀ ਇਜਾਜ਼ਤ
ਕਿਉਂ ਦਿੰਦੇ ਹਨ? ਜੇਕਰ ਅਸੀਂ ਇਸ ਦੇ ਬਾਰੇ ਧਿਆਨ ਨਾਲ ਸੋਚੀਏ, ਫਿਰ ਅਸੀਂ ਨਤੀਜੇ ਤੇ ਆ ਸਕਦੇ ਹਾਂ। ਜਿਹੜਾ ਮੁਕੁਟ ਪਹਿਨਣਾ ਚਾਹੁੰਦਾ ਹੈ, ਉਸ ਨੂੰ ਉਸ ਦਾ ਭਾਰ ਚੁੱਕਣਾ ਚਾਹੀਦਾ ਹੈ। ਅਸੀਂ ਉਹ ਹਾਂ ਜੋ ਜੁਗੋ ਜੁਗ ਰਾਜ ਕਰਾਂਗੇ, ਹੈ ਨਾ? ਕਈ ਅਲੱਗ-ਅਲੱਗ ਹਾਲਾਤਾਂ ਵਿੱਚ ਅਸੀਂ ਇਸ ਜਾਂ ਉਸ ਮਾਮਲਿਆਂ ਦਾ ਸਾਹਮਣਾ ਕਰ ਸਕਦੇ ਹਾਂ। ਸਾਨੂੰ ਇਸ ਜਾਂ ਉਸ ਹਾਲਾਤਾਂ ਵਿੱਚ ਰੱਖਿਆ ਜਾ ਸਕਦਾ ਹੈ ਅਤੇ ਅਸੀਂ ਕਈ ਰਿਵਾਜ਼ਾਂ ਅਤੇ ਲੋਕਾਂ ਦਾ ਸਾਹਮਣਾ ਕਰ ਸਕਦੇ ਹਾਂ। ਪਰ ਜੇਕਰ ਅਸੀਂ ਸਾਰੇ ਇਕਜੁੱਟ ਹੋ ਕੇ ਮਸੀਹ ਦੇ ਪਿਆਰ ਵਿੱਚ ਸਦਭਾਵਨਾ ਪ੍ਰਾਪਤ ਕਰੀਏ, ਤਾਂ ਇਹ ਸਵਰਗ ਦੀ ਸ਼ਾਨਦਾਰ ਦੁਨੀਆ ਹੋਵੇਗੀ। ਸਵਰਗ ਜਾਣ ਤੋਂ ਪਹਿਲਾਂ ਸਾਨੂੰ ਇਸ ਧਰਤੀ ਉੱਤੇ ਅਜਿਹੇ ਪਰਿਵਰਤਨਾਂ ਨਾਲ ਗੁਜ਼ਰਨਾ ਚਾਹੀਦਾ ਹੈ। ਇਸ ਦੇ ਲਈ ਸਲੀਬ ਦਾ ਰਾਹ ਸਾਨੂੰ ਦਿੱਤਾ ਗਿਆ ਹੈ। ਸਾਨੂੰ ਕਦੀ ਵੀ ਸਲੀਬ ਦੇ ਬੋਝ ਤੋਂ ਦੂਰ ਹੋਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਪਰ ਬੋਝ ਨੂੰ ਸਹਿਨ ਕਰਕੇ ਅੰਤ ਤੱਕ ਮਸੀਹ ਦਾ ਪਾਲਨ ਕਰਨਾ ਚਾਹੀਦਾ ਹੈ। ਮਸੀਹ ਦੇ ਪਾਲਨ ਵਿੱਚ ਸਭ ਤੋਂ ਜ਼ਰੂਰੀ ਚੀਜ਼ ਪ੍ਰਚਾਰ ਹੈ। ਭਾਵੇਂ ਅਸੀਂ ਪ੍ਰਚਾਰ ਨਾ ਕਰੀਏ, ਪਰਮੇਸ਼ਵਰ ਸਭ ਕੁਝ ਕਰ ਸਕਦੇ ਹਨ। ਜੇਕਰ ਪਰਮੇਸ਼ਵਰ ਸਿਰਫ ਕੁਝ ਕਾਬਲੀਅਤਾਂ ਅਤੇ ਕੁਝ ਚੀਜ਼ਾਂ ਨੂੰ ਦਿਖਾਉਂਦੇ ਹਨ ਜੋ ਲੋਕਾਂ ਨੂੰ ਹੈਰਾਨ ਕਰਦੀਆਂ ਹਨ, ਤਾਂ ਉਹ ਇੱਕ ਘੜੀ ਵਿੱਚ ਸਾਰਿਆਂ ਨੂੰ ਆਪਣੇ ਤੇ ਵਿਸ਼ਵਾਸ ਕਰਾ ਸਕਦੇ ਹਨ। ਪਰ ਅਜਿਹਾ ਕਰਨ ਦੀ ਬਜਾਏ ਉਹਨਾਂ ਨੇ ਸਾਨੂੰ ਮਿਸ਼ਨ ਸੌਂਪਿਆ। ਜੇਕਰ ਸਾਡੇ ਕੋਲ ਕੋਈ ਸ਼ਕਤੀ ਨਹੀਂ ਹੈ, ਕੋਈ ਗਿਆਨ ਨਹੀਂ ਹੈ, ਕੋਈ ਕਾਬਲੀਅਤ ਨਹੀਂ ਹੈ ਅਤੇ ਕਈ ਮਾਇਨੇ ਵਿੱਚ ਕਮੀਆਂ ਹਨ, ਪਰ ਪਰਮੇਸ਼ਵਰ ਨੇ ਸਾਨੂੰ ਮਿਸ਼ਨ ਸੌਂਪਿਆ ਤਾਂ ਜੋ ਅਸੀਂ ਰਾਹ ਉੱਤੇ ਚੱਲ ਸਕੀਏ। ਰਸੂਲ ਪੌਲੁਸ ਨੇ ਇੱਕ ਵਾਰ ਕਿਹਾ ਸੀ ਕਿ ਇੱਕ ਵਿਅਕਤੀ ਨੂੰ ਪ੍ਰਚਾਰ ਕਰਦੇ ਸਮੇਂ ਉਸਨੇ ਜੋ ਕੋਸ਼ਿਸ਼ ਅਤੇ ਬਲੀਦਾਨ ਕੀਤਾ ਹੈ, ਉਹ ਬੱਚੇ ਦੇ ਜਨਮ ਦੇ ਦਰਦ ਵਰਗਾ ਹੈ। ਉਸਨੇ ਕਿਹਾ ਕਿ ਇਹ ਉਹੀ ਦਰਦ ਹੈ ਜੋ ਬੱਚੇ ਨੂੰ ਜਨਮ ਦਿੰਦੇ ਸਮੇਂ ਇੱਕ ਮਾਂ ਨੂੰ ਹੁੰਦਾ ਹੈ। ਪਰਮੇਸ਼ਵਰ ਨੇ ਸਾਨੂੰ ਅਜਿਹਾ ਬੋਝ ਕਿਉਂ ਦਿੱਤਾ? ਸਾਨੂੰ ਇਸ ਦੇ ਬਾਰੇ ਸੋਚਣ ਦੀ ਲੋੜ ਹੈ। ਇਸ ਦਾ ਜਵਾਬ ਹੈ, ਜਿਹੜਾ ਮੁਕੁਟ ਪਹਿਨਣਾ ਚਾਹੁੰਦਾ ਹੈ, ਉਸ ਨੂੰ ਉਸ ਦਾ ਭਾਰ ਚੁੱਕਣਾ ਚਾਹੀਦਾ ਹੈ। ਚੰਗਾ ਹੁੰਦਾ ਜੇਕਰ ਰਾਜਾ ਨੂੰ ਮੁਕੁਟ ਨਾ ਪਹਿਨਣਾ ਪੈਂਦਾ, ਪਰ ਉਸ ਨੂੰ ਆਪਣਾ ਮੁਕੁਟ ਪਹਿਨਣਾ ਚਾਹੀਦਾ ਹੈ। ਮੁਕੁਟ ਤੋਂ ਬਗੈਰ ਕੋਈ ਰਾਜਾ ਨਹੀਂ ਹੈ। ਸਾਨੂੰ ਮੁਕੁਟ ਦਾ ਭਾਰ ਚੁੱਕਣਾ ਚਾਹੀਦਾ ਹੈ। ਅਜਿਹਾ ਕਰਦੇ ਹੋਏ ਸਾਨੂੰ ਪਿਤਾ ਅਤੇ ਮਾਤਾ ਜੀ ਨੂੰ ਸਦੀਪਕ ਪ੍ਰਸ਼ੰਸਾ ਤੇ ਵਡਿਆਈ ਦੇਣੀ ਚਾਹੀਦੀ ਹੈ। ਸਾਨੂੰ ਪੱਕੀ ਤਰ੍ਹਾਂ ਸਮਝਣਾ ਚਾਹੀਦਾ ਹੈ ਕਿ ਇੱਕ ਵੱਡੀ ਇੱਛਾ ਸ਼ਕਤੀ ਹੁੰਦੀ ਹੈ ਜਦੋਂ ਪਰਮੇਸ਼ਵਰ ਸਾਨੂੰ ਇਸ ਤਰ੍ਹਾਂ ਅਤੇ ਉਸ ਤਰ੍ਹਾਂ ਕਰਨ ਲਈ ਕਹਿੰਦੇ ਹਨ। ਕਿਉਂਕਿ ਮਿਸ਼ਨ ਸਾਨੂੰ ਸੌਂਪਿਆ ਗਿਆ ਹੈ, ਫਿਰ ਸਾਨੂੰ ਅਸਪਸ਼ਟ ਰੂਪ ਨਾਲ ਪ੍ਰਚਾਰ ਨਹੀਂ ਕਰਨਾ ਚਾਹੀਦਾ, ਪਰ ਸਾਨੂੰ ਸੋਚਣਾ ਚਾਹੀਦਾ ਹੈ, ਇਹ ਮੇਰੇ ਲਈ ਜੋ ਇੱਕ ਰਾਜਾ ਬਣਾਂਗਾ, ਮੁਕੁਟ ਦਾ ਭਾਰ ਚੁੱਕਣ ਦਾ ਇੱਕ ਮੌਕਾ ਹੈ। ਮਤੀ ਅਧਿਆਇ 28 ਵਚਨ 18। ਅਤੇ ਯੀਸ਼ੂ ਨੇ ਕੋਲ ਆਣ ਕੇ ਉਹਨਾਂ ਨਾਲ ਗੱਲਾਂ ਕੀਤੀਆਂ ਤੇ ਆਖਿਆ, ਆਕਾਸ਼ ਅਤੇ ਧਰਤੀ ਦਾ ਸਾਰਾ ਅਖਤਿਆਰ ਮੈਨੂੰ ਦਿੱਤਾ ਗਿਆ ਹੈ, ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ। ਇਸ ਦਾ ਮਤਲਬ ਹੈ ਕਿ ਅਸੀਂ ਹਰ ਜਗ੍ਹਾ ਉੱਤੇ ਹਰ ਚੀਜ਼ ਦਾ ਅਨੁਭਵ ਕਰਾਂਗੇ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ ਔਰ ਉਹਨਾਂ ਨੂੰ ਸਿਖਾਓ ਭਾਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਉਹਨਾਂ ਨੂੰ ਸਭ ਕੁਝ ਮੰਨਣਾ ਸਿਖਾਉਣਾ ਜੋ ਯੀਸ਼ੂ ਨੇ ਸਿਖਾਇਆ ਹੈ ਸੌਖਾ ਨਹੀਂ ਹੈ, ਅਤੇ ਯੀਸ਼ੂ ਦੀ ਸਿਖਾਈ ਹਰ ਗੱਲ ਨੂੰ ਮੰਨਣਾ ਵੀ ਸੌਖਾ ਨਹੀਂ ਹੈ। ਬਹੁਤ ਸਾਰੇ ਲੋਕ ਜਾਣਦੇ ਹੋਏ ਵੀ ਯੀਸ਼ੂ ਦੀ ਸਿੱਖਿਆ ਦਾ ਪਾਲਨ ਨਹੀਂ ਕਰਦੇ, ਪਰ ਦੂਸਰੇ ਪਾਸੇ ਬਹੁਤ ਸਾਰੇ ਲੋਕ ਨਹੀਂ ਜਾਣਦੇ ਕਿ ਉਹਨਾਂ ਨੂੰ ਕੀ ਪਾਲਨ ਕਰਨਾ ਚਾਹੀਦਾ ਹੈ। ਹਾਲਾਂਕਿ ਯੀਸ਼ੂ ਨੇ ਕਿਹਾ ਔਰ ਉਹਨਾਂ ਨੂੰ ਸਿਖਾਓ ਭਾਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ, ਅਤੇ ਵੇਖੋ ਜੋ ਯੁੱਗ ਦੇ ਅੰਤ ਤੱਕ ਹਰ ਵੇਲੇ ਤੁਹਾਡੇ ਨਾਲ ਹਾਂ। ਜੇਕਰ ਤੁਸੀਂ ਇੱਕ ਰਾਜਾ ਹੋ ਤਾਂ ਤੁਹਾਡੇ ਕੋਲ ਇੱਕ ਤੰਗ ਨਜ਼ਰੀਆ ਨਹੀਂ ਹੋਣਾ ਚਾਹੀਦਾ, ਬਲਕਿ ਦੁਨੀਆ ਦੀ ਹਰ ਚੀਜ਼ ਦੇ ਬਾਰੇ ਜਾਣਨਾ ਚਾਹੀਦਾ ਹੈ। ਕਿਹੜੀ ਗੱਲ ਮੇਰੇ ਲੋਕਾਂ ਨੂੰ ਸ਼ਾਂਤੀ ਵਿੱਚ ਰਹਿਣ ਦੇ ਸਕਦੀ ਹੈ? ਮੈਂ ਆਪਣੇ ਲੋਕਾਂ ਦੀ ਸਹਾਇਤਾ ਲਈ ਕੀ ਕਰ ਸਕਦਾ? ਇੱਕ ਰਾਜਾ ਨੂੰ ਇਹਨਾਂ ਚੀਜ਼ਾਂ ਦੇ ਬਾਰੇ ਸੋਚਣਾ ਚਾਹੀਦਾ ਹੈ। ਫਿਰ ਸਾਨੂੰ ਬਹੁਤ ਸਾਰੇ ਤਜਰਬਿਆਂ ਦੀ ਲੋੜ ਹੈ। ਸਾਨੂੰ ਹਰ ਉਮਰ ਦੇ ਬਹੁਤ ਸਾਰੇ ਲੋਕਾਂ ਨੂੰ ਮਿਲਣ ਦੀ ਜ਼ਰੂਰਤ ਹੈ। ਸਾਨੂੰ ਵੱਖ-ਵੱਖ ਸੱਭਿਆਚਾਰ ਦਾ ਸਾਹਮਣਾ ਕਰਨ ਦੀ ਲੋੜ ਹੈ ਅਤੇ ਵੱਖ-ਵੱਖ ਸ਼ਖਸੀਅਤਾਂ ਦੇ ਲੋਕਾਂ ਨੂੰ ਮਿਲਣ ਦੀ ਜ਼ਰੂਰਤ ਹੈ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਪਰਮੇਸ਼ਵਰ ਨੇ ਸਾਨੂੰ ਅਜਿਹੀ ਪ੍ਰਣਾਲੀ ਅਤੇ ਅਜਿਹੀਆਂ ਚੀਜ਼ਾਂ ਕਰਨ ਦੀ ਇਜਾਜ਼ਤ ਕਿਉਂ ਦਿੱਤੀ। ਮੇਰੇ ਖਿਆਲ ਵਿੱਚ ਪ੍ਰਚਾਰ ਕਰਨਾ ਸੌਖਾ ਨਹੀਂ ਹੈ। ਕੋਈ ਵੀ ਅਜਿਹਾ ਨਹੀਂ ਕਰ ਸਕਦਾ। ਇਹ ਸੋਚਣ ਦੀ ਬਜਾਏ ਸਾਨੂੰ ਉਹ ਸਭ ਕੁਝ ਕਰਨਾ ਚਾਹੀਦਾ ਜੋ ਪਰਮੇਸ਼ਵਰ ਨੇ ਸਾਨੂੰ ਕਰਨ ਲਈ ਕਿਹਾ ਹੈ। ਕਿਉਂਕਿ ਅਸੀਂ ਸਵਰਗ ਦੇ ਰਾਹ ਤੇ ਹਾਂ, ਸਾਨੂੰ ਹਰ ਚੀਜ਼ ਨੂੰ ਅਨੁਭਵ ਕਰਨ ਦੀ ਲੋੜ ਹੈ। ਤਾਂ ਪਰਮੇਸ਼ਵਰ ਨੇ ਕਿਹਾ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਨਾਲ ਬਪਤਿਸਮਾ ਦਿਓ
ਔਰ ਉਹਨਾਂ ਨੂੰ ਸਿਖਾਓ ਭਾਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ, ਅਤੇ ਵੇਖੋ ਯੁੱਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ। ਇੱਥੇ ਉਹ ਜੋ ਮੁਕੁਟ ਪਹਿਨਣਾ ਚਾਹੁੰਦਾ ਹੈ, ਮਤਲਬ ਉਹ ਜੋ ਸਵਰਗ ਵਿੱਚ ਪ੍ਰਵੇਸ਼ ਕਰਨਾ ਚਾਹੁੰਦਾ ਹੈ, ਉਸ ਨੂੰ ਆਪਣੇ ਮੁਕੁਟ ਦਾ ਭਾਰ ਚੁੱਕਣਾ ਚਾਹੀਦਾ ਹੈ। ਜੇਕਰ ਅਸੀਂ ਸਲੀਬ ਦਾ ਭਾਰ ਚੁੱਕੀਏ ਤਾਂ ਪਰਮੇਸ਼ਵਰ ਸਿਯੋਨ ਦੀਆਂ ਸਾਰੀਆਂ ਸੰਤਾਨਾਂ ਨੂੰ ਨਾ ਮੁਰਝਾਉਣ ਵਾਲੀਆਂ ਆਸ਼ੀਸ਼ਾਂ ਅਤੇ ਸਦੀਪਕ ਜੀਵਨ ਦਾ ਮੁਕੁਟ ਪ੍ਰਦਾਨ ਕਰਨਗੇ, ਹੈ ਨਾ? ਆਪਣੇ ਮਨ ਵਿੱਚ ਉਮੀਦ ਰੱਖਦੇ ਹੋਏ ਆਓ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰੀਏ। ਜਿਸ ਦਿਨ ਤੱਕ ਸਾਮਰੀਆ ਵਿੱਚ ਅਤੇ ਧਰਤੀ ਦੀ ਹੱਦ ਤੱਕ ਖੁਸ਼ਖਬਰੀ ਦਾ ਪ੍ਰਚਾਰ ਨਹੀਂ ਕੀਤਾ ਜਾਂਦਾ, ਆਓ ਅਸੀਂ ਪ੍ਰਚਾਰ ਕਰਨ, ਪ੍ਰਾਰਥਨਾ ਕਰਨ ਅਤੇ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰਨ ਲਈ ਹੋਰ ਜ਼ਿਆਦਾ ਕੋਸ਼ਿਸ਼ ਕਰੀਏ, ਤਾਂ ਜੋ ਅਸੀਂ ਪਿਤਾ ਅਤੇ ਮਾਤਾ ਜੀ ਦੀ ਪਵਿੱਤਰ ਮਰਜ਼ੀ ਨੂੰ ਪੂਰਾ ਕਰ ਸਕੀਏ। ਤੁਹਾਨੂੰ ਅਜਿਹਾ ਕਰਨ ਲਈ ਕਹਿੰਦੇ ਹੋਏ ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।